ਅੱਜ ਜਿਹੜਾ ਲੈਂਡ ਮਾਫੀਆ ਨੇ ਇਹ ਜਿਹੜੇ ਐਂਡ ਯੂਜ਼ਰ ਹੈ ਇਹਨੂੰ 65000 ਰੁਪਏ ਗਜ ਵੇਚਿਆ ਤੇ ਘੁਟਾਲੇ ਤੋਂ ਪ੍ਰਭਾਵਿਤ ਮੈਂ ਕਿਹਾ ਸਰਕਾਰੀ ਖਜ਼ਾਨਾ ਹੋਇਆ ਗੁੰਮਰਾਹ ਕਰਕੇ 7-8000 ਰੁਪਏ ਗਜ ਪਲਾਟ ਇਹ ਲੈ ਕੇ 100-150 ਕਰੋੜ ਰੁਪਏ ਚ 700-800 ਕਰੋੜ ਦਾ ਵੇਚਿਆ ਗਿਆ। ਇਹ ਪੰਜਾਬ ਸਰਕਾਰ ਦਾ ਨੁਕਸਾਨ ਹੈ, ਇਹੀ ਘੁਟਾਲਾ ਹੈਗਾ। ਲੈਂਡ ਮਾਫੀਆ ਇੱਥੋਂ ਪੈਸੇ ਜਿਹੜਾ ਹੈ ਕਮਾ ਕੇ ਆਪਣੇ ਘਰ ਤੁਰਦਾ ਗਿਆ। ਇੰਡਸਟਰੀ ਇੱਥੋਂ ਉਜਾੜ ਕੇ ਕਿਸੇ ਹੋਰ ਬਾਹਰਲੀ ਸਟੇਟ 'ਚ ਜਿੱਥੇ ਸਸਤੀ ਲੇਬਰ ਮਿਲ ਜਾਏ ਉਹਦੇ ਲਈ ਕੰਮ ਕੀਤਾ, ਜਾਂ ਇੰਟਰਨੈਸ਼ਨਲ ਲੈਵਲ ਤੇ ਕਿਸੇ ਹੋਰ ਦੇਸ਼ ਵੀਅਤਨਾਮ ਵਰਗੇ ਦੇਸ਼ 'ਚ। ਹਾਂਜੀ, ਦੈਨਿਕ ਸਵੇਰਾ ਟੀਵੀ 'ਚ ਤੁਹਾਡਾ ਸਵਾਗਤ ਹੈ। ਦਰਸ਼ਕੋ, ਤੁਸੀਂ ਮੋਹਾਲੀ ਦੇ ਇੰਡਸਟਰੀਅਲ ਏਰੀਆ ਫੇਜ਼ 9 ਦੀ ਉਹ ਸਾਈਟ ਵੇਖ ਰਹੇ ਹੋ ਜਿੱਥੇ ਕਦੇ ਫਿਲਿਪਸ ਫੈਕਟਰੀ, ਜਿਸ ਨੂੰ ਕਿ ਆਨੰਦ ਲੈਂਪਸ ਲਿਮਟਿਡ ਦੇ ਨਾਂ ਤੇ ਸਰਕਾਰ ਨੇ 1987 'ਚ ਸਥਾਪਿਤ ਕੀਤਾ ਸੀ, ਇਹ ਲੈਂਡ ਦੇ ਕੇ। ਇਹ ਅੱਜ ਚਰਚਾ 'ਚ ਇਸ ਕਰਕੇ ਹੈ ਕਿਉਂਕਿ ਕਾਂਗਰਸ ਸਰਕਾਰ ਦੇ ਸਨਅਤੀ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਖਿਲਾਫ ਵਿਜੀਲੈਂਸ ਨੇ ਜੋ ਵੀਰਵਾਰ ਨੂੰ ਇੱਕ ਨਵਾਂ ਕੇਸ ਦਰਜ ਕੀਤਾ ਹੈ, ਉਹ ਇਸ ਥਾਂ ਨਾਲ ਸੰਬੰਧਿਤ ਹੈ, ਸਾਈਟ ਨਾਲ ਸੰਬੰਧਿਤ ਹੈ। ਇਸ ਕਰਕੇ ਇਹ ਸਾਈਟ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇਸ 'ਚ ਮੋਟੇ ਤੌਰ ਦੇ ਉੱਤੇ ਕੀ ਹੈ, ਜੇ ਆਪਾਂ ਸਰਲ ਭਾਸ਼ਾ 'ਚ ਸਮਝਣਾ ਹੋਏ ਕਿ 1987 'ਚ ਜਦੋਂ ਕਾਲਾ ਦੌਰ ਸੀ ਪੰਜਾਬ ਦਾ, ਤਾਂ ਉਦੋਂ ਕਾਫੀ ਇੰਡਸਟਰੀ ਪੰਜਾਬ ਵੱਲ ਮੋੜੀ ਗਈ ਤਾਂ ਕਿ ਪੰਜਾਬ ਮੁੜ ਕੇ ਜਿਹੜਾ ਆਪਣਾ ਪੈਰਾਸਿਰ ਹੋ ਸਕੇ ਆਰਥਿਕ ਤੌਰ ਤੇ, ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ। ਰੇਲ ਕੋਚ ਫੈਕਟਰੀ ਕਪੂਰਥਲਾ, ਬੜੀਆਂ ਐਗਰੋ ਬੇਸਡ, ਖਾਦ ਬੇਸਡ ਜਿਹੜੀਆਂ ਕੰਪਨੀਆਂ ਕਾਰਖਾਨੇ ਆਏ ਪੰਜਾਬ 'ਚ। ਉਸੇ ਤਰ੍ਹਾਂ ਹੀ ਇਹ ਜਿਹੜਾ 25 ਏਕੜ ਦਾ ਪਲਾਟ ਜਿਹੜਾ ਅਹਿਮ ਥਾਂ ਦੇ ਉੱਤੇ, ਇਹਦਾ ਨਾਲ ਹੀ 에ਅਰਪੋਰਟ ਰੋਡ ਹੈ ਮੋਹਾਲੀ ਦੀ, ਤੇ ਆਇਸ਼ਰ ਦੀਆਂ ਲਾਈਟਾਂ ਬਿਲਕੁਲ ਨਾਲ ਨੇ, ਬੈਸਟੈਕ ਮਾਲ ਦੇ ਸਾਹਮਣੇ। ਉਦੋਂ ਕੁਝ ਵੀ ਨਹੀਂ ਸੀ ਤੇ ਉਦੋਂ ਇਹ ਆਨੰਦ ਲੈਂਪਸ ਨੂੰ ਦਿੱਤੀ ਗਈ, ਜਿਨ੍ਹਾਂ ਫਿਲਿਪਸ ਫੈਕਟਰੀ ਦੇ ਫਿਲਿਪਸ ਦੇ ਬਲਬ ਆਪਾਂ ਸਾਰੇ ਜਾਣਦੇ ਹਾਂ, ਫਿਲਿਪਸ ਕਿਸੇ ਤੋਂ ਅਣਜਾਣ ਨਹੀਂ ਹੈ। ਤਾਂ ਇੱਥੇ ਇਹ ਦੇਣ ਦਾ ਮਤਲਬ ਸੀ ਕਿ ਜੋ ਪੰਜਾਬ ਦੀ ਪਬਲਿਕ ਦਾ ਨੁਕਸਾਨ ਅੱਤਵਾਦ ਕਰਕੇ ਜਾਂ ਕਾਲੇ ਦੌਰ ਕਰਕੇ ਹੋ ਰਿਹਾ ਹੈ, ਉਸ ਨੂੰ ਕਿਸੇ ਤਰ੍ਹਾਂ ਜਿਹੜਾ ਹੈ ਉਸ ਨੂੰ ਜਿਹੜਾ ਕੰਪਨਸੇਟ ਕੀਤਾ ਜਾ ਸਕੇ। ਪਰ ਅੱਜ ਹਾਲਾਤ ਇਹ ਨੇ ਕਿ ਇਸੇ ਥਾਂ ਦੇ ਵਿੱਚ ਐਡਾ ਵੱਡਾ ਘਪਲਾ ਹੋਇਆ ਹੈ, ਜਿਹਦੇ ਤਹਿਤ ਵਿਜੀਲੈਂਸ ਨੇ ਕੇਸ ਦਰਜ ਕੀਤਾ ਸਾਬਕਾ ਮੰਤਰੀ ਤੇ ਸਨਅਤੀ ਵਿਭਾਗ ਦੇ ਵੱਡੇ ਵੱਡੇ ਅਧਿਕਾਰੀਆਂ ਦੇ ਉੱਤੇ। ਗੁਲਮੋਹਰ ਟਾਊਨਸ਼ਿਪ ਨਾਂ ਦੀ ਇੱਕ ਟਾਊਨਸ਼ਿਪ ਮੋਹਾਲੀ ਦੇ ਵਿੱਚ, ਖਰੜ ਦੇ ਵਿੱਚ ਮੌਜੂਦ ਹੈ, ਉਹਦੇ ਜਿਹੜੇ ਕਰਤਾ ਧਰਤਾ ਨੇ ਉਹਨਾਂ ਦੇ ਖਿਲਾਫ ਕਿ ਉਹਨਾਂ ਨੇ ਉਸ ਜੋ ਪਬਲਿਕ ਇੰਟਰਸਟ ਵਿੱਚ ਐਡਾ ਵੱਡਾ ਪ੍ਰੋਜੈਕਟ ਇਹ ਲਾਇਆ ਗਿਆ ਸੀ, ਤਾਂ ਉਸ ਪੈਸੇ ਨੂੰ ਪਬਲਿਕ ਦੇ ਖਜ਼ਾਨੇ 'ਚ ਜਾਣ, ਯਾਨੀ ਕਿ ਸਰਕਾਰੀ ਖਜ਼ਾਨੇ 'ਚ ਜਾਣ ਦੀ ਬਜਾਏ ਮਿਲੀ ਭੁਗਤ ਕਰਦੇ ਹੋਏ ਸਿਆਸਤਦਾਨਾਂ ਨੇ, ਮੰਤਰੀਆਂ ਨੇ, ਅਫਸਰਸ਼ਾਹੀ ਨੇ, ਇਹਨਾਂ ਨੇ ਤੇ ਲੈਂਡ ਮਾਫੀਆ ਨੇ ਮਿਲੀ ਭੁਗਤ ਕਰਦੇ ਹੋਏ ਉਹ ਆਪਣੀਆਂ ਜੇਬਾਂ ਭਰੀਆਂ ਨੇ। ਕਈ 100 ਕਰੋੜ ਦਾ ਘੁਟਾਲਾ ਜਿਹੜਾ ਉਹਦੀ ਇੱਕ ਕੈਲਕੂਲੇਸ਼ਨ ਸਾਹਮਣੇ ਆਈ ਹੈ। ਹਾਲਾਂਕਿ ਕੇਸ ਕੋਰਟ 'ਚ ਜਾਏਗਾ। ਸੁੰਦਰ ਸ਼ਾਮ ਅਰੋੜਾ ਕਿਸੇ ਹੋਰ ਕੇਸ 'ਚ ਵੀ ਅੰਦਰ ਨੇ, ਹੁਣ ਨਵਾਂ ਕੇਸ ਜਿਹੜਾ ਉਹਨਾਂ ਦੇ ਖਾਤੇ 'ਚ ਜੁੜ ਗਿਆ ਹੈ। ਮੋਟੇ ਤੌਰ ਦੇ ਉੱਤੇ ਜੋ ਇਹ ਪਲਾਟ ਤੁਸੀਂ ਦੇਖ ਰਹੇ ਹੋ 25 ਏਕੜ ਦਾ ਪਲਾਟ ਹੈ। ਘਪਲਾ ਬੇਸਿਕਲੀ ਕੀ ਹੈ, ਸਰਲ ਭਾਸ਼ਾ 'ਚ ਸਮਝਣਾ ਹੋਏ ਕਿ 25 ਏਕੜ 27-28 ਏਕੜ ਦਾ ਪਲਾਟ ਹੈ ਤੇ 25 ਪਲਾਟ ਛੋਟੇ ਛੋਟੇ ਕਰਨ ਦੀ ਆਗਿਆ ਦੇ ਦਿੱਤੀ ਗਈ। ਉਸ ਤੋਂ ਬਾਅਦ ਵੀ ਹੋਰ ਮਾਈਕਰੋ ਪਲਾਟਿੰਗ ਕੀਤੀ ਗਈ ਪਿਛਲੀ ਸਰਕਾਰ ਦੇ ਵਿੱਚ। ਹਾਲਾਂਕਿ ਇਸ 'ਚ ਬਕਾਇਦਾ ਤੌਰ ਤੇ ਜੋ ਨਿਯਮ ਨੇ ਉਹਨਾਂ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ, ਪਰ ਉਹਨਾਂ 'ਚ ਵੀ ਕਾਫੀ ਜਿਹੜੀਆਂ ਨੇ ਗੱਲਾਂ ਸਾਹਮਣੇ ਆਈਆਂ ਨੇ ਕਿ ਕਾਫੀ ਨਿਯਮ ਇਸ ਤਰ੍ਹਾਂ ਹੀ ਦੇਖ ਲਏ ਗਏ ਕਿ ਕੁਝ ਅਹਿਮ ਨਿਯਮ ਅਣਦੇਖੀ ਕਰ ਲਈ ਗਈ ਮਾਈਕਰੋ ਪਲਾਟਿੰਗ ਕਰਨ ਵੇਲੇ, ਜਿਸ 'ਚ ਕਿ SP ਸਿੰਘ ਨਾਂ ਦੇ ਇੱਕ ਅਧਿਕਾਰੀ ਦਾ ਨਾਮ ਮੋਟੇ ਤੌਰ ਤੇ ਆ ਰਿਹਾ ਹੈ। ਸੋ ਇਹ ਇੱਕ ਤਰ੍ਹਾਂ ਨਾਲ ਆਪਾਂ ਤੁਹਾਨੂੰ ਸਾਈਟ ਤੇ ਇਸ ਕਰਕੇ ਲੈ ਕੇ ਆਏ ਹਾਂ ਕਿ ਤਾਂ ਕਿ ਪਤਾ ਲੱਗੇ ਕਿ ਘੁਟਾਲੇ ਦੀ ਜੜ ਕੀ ਹੈ, ਘੁਟਾਲਾ ਸਰਲ ਭਾਸ਼ਾ ਦੇ ਵਿੱਚ ਕੀ ਹੈ, ਤੇ ਘੁਟਾਲੇ ਤੋਂ ਪ੍ਰਭਾਵਿਤ ਮੈਂ ਕਿਹਾ ਸਰਕਾਰੀ ਖਜ਼ਾਨਾ ਹੋਇਆ ਹੈ। ਮਤਲਬ ਕਿ ਛੋਟੇ ਪਲਾਟ ਕਰਕੇ ਵੇਚੇ ਗਏ, ਛੋਟੇ ਪਲਾਟ ਕਰਕੇ ਵੇਚਣ ਦਾ ਜਿਹੜਾ ਹੈ ਜੋ ਸਰਕਾਰੀ ਰੈਵਨਿਊ ਆਇਆ, ਰੈਵਨਿਊ ਵੀ ਆਇਆ ਹੋਏਗਾ, ਪਰ ਉਸ ਨੂੰ ਸਸਤੇ ਭਾਅ ਦੇ ਉੱਤੇ ਜਿਹੜਾ ਉਹਦੀ ਇੱਕ ਫੀਸ ਨਿਯਤ ਕਰਕੇ ਉਸ ਨੂੰ ਲੈਂਡ ਮਾਫੀਆ ਨੂੰ ਦੇ ਦਿੱਤਾ ਗਿਆ, ਤੇ ਲੈਂਡ ਮਾਫੀਆ ਇੱਥੋਂ ਪੈਸੇ ਜਿਹੜਾ ਹੈ ਕਮਾ ਕੇ ਆਪਣੇ ਘਰ ਤੁਰਦਾ ਗਿਆ। ਤੇ ਫਸ ਕੌਣ ਗਿਆ? ਆਪਾਂ ਹਾਲਾਂਕਿ ਫਸੇ ਜਿਹੜੇ ਹੋਰ ਲੋਕ ਨੇ, ਹੋਰ ਪ੍ਰਭਾਵਿਤ ਨੇ, ਉਹ ਮੇਰੇ ਸਾਹਮਣੇ ਖੜੇ ਨੇ, ਉਹਨਾਂ ਕੋਲ ਤੁਹਾਨੂੰ ਲੈ ਕੇ ਜਾਵਾਂਗਾ। ਫਸੇ ਲੋਕ ਗਏ ਜਿਹੜੇ ਐਂਡ ਯੂਜ਼ਰ, ਜਿਹਨੂੰ ਆਪਾਂ ਕਹਿੰਦੇ ਹੁੰਦੇ ਆ ਆਖਰੀ ਖਪਤਕਾਰ। ਇੱਕ ਮਤਲਬ ਕਿ ਇੱਕ ਪੁਰਜਾ ਬਣਦਾ ਹੈ, ਇੱਕ ਉਤਪਾਦ ਬਣਦਾ ਹੈ, ਉਹ ਕਈ ਹੱਥਾਂ ਤੋਂ ਹੁੰਦਾ ਹੋਇਆ, ਡਿਸਟਰੀਬਿਊਟਰਾਂ ਤੋਂ ਹੁੰਦਾ ਹੋਇਆ, ਵਿਕਰੇਤਾਵਾਂ ਤੋਂ ਹੁੰਦਾ ਆਇਆ, ਦੁਕਾਨਦਾਰਾਂ ਤੋਂ ਹੁੰਦਾ ਆਇਆ, ਅੰਤ 'ਚ ਜਿਹਨੇ ਬੰਦੇ ਨੇ ਘਰ 'ਚ ਵਰਤਣਾ ਹੈ ਉਹਦੇ ਤੱਕ ਪਹੁੰਚਦਾ ਹੈ। ਜਦੋਂ ਉਹਨੂੰ ਪਤਾ ਲੱਗਿਆ ਕਿ ਮੇਰੇ ਨਾਲ ਧੋਖਾ ਹੋ ਗਿਆ, ਇਹ ਟੂਥਪੇਸਟ ਸੀ ਤੇ ਟੂਥਪੇਸਟ ਉਸ ਮਿਆਰ ਦਾ ਨਹੀਂ ਜਿਸ ਮਿਆਰ ਦਾ ਕਹਿ ਕੇ ਮੈਨੂੰ ਵੇਚ ਦਿੱਤਾ ਗਿਆ, ਜਾਂ ਇਸ 'ਚ ਕੋਈ ਕਮੀਆਂ ਨੇ, ਤਾਂ ਉਹ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰਦਾ ਹੈ। ਇਹਨਾਂ ਲੋਕਾਂ ਦੀ ਵੇਦਨਾ ਆਪਾਂ ਕਦੇ ਫੇਰ ਜਾਣਾਂਗੇ, ਜਿਨ੍ਹਾਂ ਲੋਕਾਂ ਨੇ ਪਲਾਟ ਲੈ ਕੇ ਇੱਥੇ ਆਪਣੀ ਇੰਡਸਟਰੀ ਬਣਾਉਣੀ ਸ਼ੁਰੂ ਕੀਤੀ ਹੈ। ਇਹਨਾਂ ਦੀ ਮਹਿੰਗੇ ਭਾਅ ਖਰੀਦੀ ਹੈ ਜ਼ਮੀਨ 2-3 ਸਾਲਾਂ 'ਚ, ਸ਼ਾਇਦ ਹੁਣ ਕੌਡੀਆਂ ਦੀ ਵੀ ਨਹੀਂ ਰਹਿ ਗਈ। ਇਹ ਇੱਕ ਦੂਜਾ ਪਹਿਲੂ ਅੱਗੇ ਚੱਲਾਂਗੇ। ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਨ੍ਹਾਂ ਨੇ ਵਿਸਲ ਬਲੋਅਰ ਨੇ ਇਸ ਕੇਸ ਦੇ,
ਸਤਨਾਮ ਸਿੰਘ ਦਾਊ ਨਾਮ ਦੇ ਸੱਜਣ ਨੇ ਇੱਕ, ਜਿਹੜੇ ਕਾਫੀ ਇਸ ਤਰ੍ਹਾਂ ਦੇ ਮਾਮਲੇ ਚੁੱਕਦੇ ਨੇ। ਉਹਨਾਂ ਨੇ ਇਹ ਮਾਮਲਾ ਚੁੱਕਿਆ ਸਾਬਕਾ ਯਾਨੀ ਕਿ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੇਲੇ ਉਦਯੋਗ ਮੰਤਰੀ ਰਹੇ ਤੀਕਸ਼ਣ ਸੂਦ, ਜੋ ਕਿ ਹੁਸ਼ਿਆਰਪੁਰ ਤੋਂ ਹੀ ਸੁੰਦਰ ਸ਼ਾਮ ਅਰੋੜਾ ਦੇ ਸਿਆਸੀ ਵਿਰੋਧੀ ਵੀ ਨੇ। ਉਹਨਾਂ ਨੇ ਵੀ 1.5 ਸਾਲ ਪਹਿਲਾਂ ਇਹ ਮਾਮਲਾ ਚੁੱਕਿਆ। ਹੋਰ ਵੀ ਕਈ ਧਿਰਾਂ ਨੇ ਮਾਮਲਾ ਚੁੱਕਿਆ, ਪਰ ਹੁਣ ਤੱਕ ਜੋ ਇਸ ਮਾਮਲੇ ਨੂੰ ਕੰਟੀਨਿਊ ਕਰਦੇ ਆ ਰਹੇ ਨੇ, ਲਗਾਤਾਰ ਇਸ ਮੁੱਦੇ ਨੂੰ ਅੱਗੇ ਵਧਾਉਂਦੇ ਆ ਰਹੇ ਨੇ, ਉਹ ਸਤਨਾਮ ਸਿੰਘ ਦਾਊ ਨੇ ਤੇ ਉਹਨਾਂ ਨਾਲ ਅਸੀਂ ਬਣੇ ਹੋਏ ਹਾਂ। ਤੇ ਇਸ ਤੋਂ ਇਲਾਵਾ ਇਹ ਜੋ ਸਾਰੇ ਲੋਕ ਤੁਸੀਂ ਵੇਖ ਰਹੇ ਹੋ, ਇਹ ਪ੍ਰਭਾਵਿਤ ਹੋਏ ਨੇ ਇਸ ਫੈਕਟਰੀ ਦੇ ਉੱਜੜਨ ਨਾਲ, ਜੋ ਫੈਕਟਰੀ 1987 ਦੇ ਵਿੱਚ ਪੰਜਾਬ ਨੂੰ ਕਾਲੇ ਦੌਰ ਚੋਂ ਕੱਢਣ ਲਈ, ਪੰਜਾਬ ਦੀ ਡਿੱਗੀ ਆਰਥਿਕਤਾ ਨੂੰ ਸੰਭਾਲਣ ਲਈ ਜੋ ਲਿਆਂਦੀ, ਇਸ ਮਨਸੂਬੇ ਨਾਲ ਇੱਥੇ ਲਿਆਂਦੀ ਗਈ ਸੀ, ਇਸ ਮਨਸ਼ਾ ਨਾਲ ਇੱਥੇ ਲਿਆਂਦੀ ਗਈ ਸੀ। ਉਸ ਕਾਰਖਾਨੇ 'ਚ ਬਹੁਤ ਸਾਰੇ ਇੱਥੇ ਲੋਕ ਤੁਸੀਂ ਦੇਖ ਰਹੇ ਹੋਵੋਗੇ, ਜਿਨ੍ਹਾਂ 'ਚੋਂ ਕਈ ਤਾਂ ਇੱਥੇ ਹੀ ਜੰਮੇ ਪਲੇ ਹੋਣਗੇ, ਕਈ ਇਸੇ ਕਾਰਖਾਨੇ 'ਚ ਉਹਨਾਂ ਦੇ ਪੇਰੈਂਟਸ ਕੰਮ ਕਰਦੇ ਹੋਣਗੇ, ਮੁੜ ਕੇ ਉਹ ਵੀ ਅੱਗੇ ਇਸ ਕਾਰਖਾਨੇ ਦੇ ਸਿਰ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਰੁਜ਼ਗਾਰ ਉਹਨਾਂ ਨੂੰ ਮਿਲਿਆ ਹੋਵੇਗਾ, ਕਿਉਂਕਿ ਬਹੁਤ ਵੱਡਾ ਕਾਰਖਾਨਾ ਸੀ। ਆਪਾਂ ਪਹਿਲਾਂ ਵੀ ਕਿਹਾ ਕਿ 30 ਏਕੜ ਦੇ ਕਰੀਬ ਆਪਾਂ ਕੁੱਲ ਮਿਲਾ ਕੇ ਇਹਨੂੰ ਜ਼ਮੀਨ ਨੂੰ ਕਹਿ ਸਕਦੇ ਹਾਂ, ਤੇ ਹੁਣ ਜਿਹੜੀ ਹੈ ਕਿ ਹੁਣ ਛੋਟੇ ਪਲਾਟਾਂ 'ਚ ਵੰਡੀ ਜਾ ਚੁੱਕੀ ਹੈ, ਜਿਸ ਕਾਰਨ ਇਹ ਕਾਰਖਾਨਾ ਵੀ ਉੱਜੜ ਚੁੱਕਾ ਹੈ। ਕਾਰਖਾਨਾ ਉੱਜੜ ਕੇ ਚਲਾ ਗਿਆ। ਕਾਰਖਾਨੇ ਵਾਲੇ, ਫਿਲਿਪਸ ਵਾਲੇ ਜਾਂ ਜੋ ਵੀ ਟਰਸਟ ਸੀ ਉਹਨਾਂ ਦਾ, ਉਹ ਆਪਣਾ ਪੈਸਾ ਵੱਟ ਕੇ ਤੁਰਦੇ ਬਣੇ। ਜੋ ਇੱਥੋਂ ਦੇ EMPLOYE ਸੀ, ਉਹਨਾਂ ਦੇ ਜੋ ਇੰਟਰਸਟ ਸਨ, ਜੋ ਕਿਰਤ ਕਾਨੂੰਨ ਜਿਸ ਵਾਸਤੇ ਪਾਬੰਦ ਕਰਦਾ EMPLOYER ਨੂੰ, ਜਿਹੜਾ ਨੌਕਰੀ ਦੇਣ ਵਾਲੇ ਨੂੰ, ਰੁਜ਼ਗਾਰ ਦੇਣ ਵਾਲੇ ਨੂੰ, ਉਸ ਦੀ ਵੀ ਅਣਗਹਿਲੀ ਹੋਈ ਹੈ। ਕਾਫੀ ਗੱਲਾਂ ਨੇ। ਆਪਾਂ ਥੋੜ੍ਹਾ ਜਿਹਾ ਹੋਰ ਇਹਨੂੰ ਸੰਖੇਪ ਰੱਖਦੇ ਹੋਏ ਇਹਨਾਂ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਆਪਾਂ ਜਾਣਦੇ ਹਾਂ ਕਿ ਬੇਸਿਕਲੀ ਪਹਿਲਾਂ ਤਾਂ ਕਿ ਇਹ ਘੁਟਾਲਾ ਕਿਵੇਂ ਉਜਾਗਰ ਹੋਇਆ ਤੇ ਕਿਸ ਤਰ੍ਹਾਂ ਦੀਆਂ ਪਰਤਾਂ ਖੁੱਲੀਆਂ ਨੇ। ਮੈਂ ਸਾਰਿਆਂ ਨਾਲ ਜ਼ਰੂਰ ਗੱਲ ਕਰਾਂਗਾ। ਦਾਊ ਸਾਹਿਬ, ਪਹਿਲਾਂ ਆਪਾਂ ਬਰੀਕੀ ਨਾਲ ਜਾਣਦੇ ਹਾਂ ਕਿ ਜਿੰਨਾ ਕੁ ਵੈਸੇ ਤਾਂ ਮੈਂ ਬਰੀਫ ਕੀਤਾ ਹੈ, ਤੇ ਥੋੜ੍ਹਾ ਜਿਹਾ ਤਕਨੀਕੀ ਤੌਰ ਦੇ ਉੱਤੇ ਤੁਸੀਂ ਦੱਸੋ ਕਿ ਮਾਮਲਾ ਕਿਸ ਤਰ੍ਹਾਂ ਉੱਠਿਆ ਤੇ ਕੀ ਇਹਦੇ ਵਿੱਚ ਮੁੱਖ ਪਹਿਲੂ ਨੇ ਇਹਦੇ। ਜਿਹੜਾ ਮਾਮਲਾ ਉੱਠਿਆ, ਇਹ ਅਸਲ ਵਿੱਚ ਜਿਹੜੀ 2018 'ਚ ਇਨਕੁਆਇਰੀ ਨੰਬਰ 3 ਸੀ ਵਿਜੀਲੈਂਸ ਦੀ, ਜਿਸ 'ਚ ਬਹੁਤ ਸਾਰੇ ਬੰਦਿਆਂ ਖਿਲਾਫ ਤੇ ਕਈ ਠੱਗੀ ਧਾਰਾਵਾਂ ਲਗਾਉਣ ਖਿਲਾਫ ਪਰਚਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ। ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਚਿੱਠੀ ਦੇ ਆਧਾਰ ਤੇ ਇਨਕੁਆਇਰੀ ਰੋਕ ਲਈ ਗਈ ਸੀ। 3 ਮੈਂਬਰੀ IAS ਅਫਸਰਾਂ ਦੀ ਕਮੇਟੀ ਬਣਾ ਕੇ। ਉਹ ਚਿੱਠੀ ਹੈ ਹੀ ਨਹੀਂ ਸੀ ਕਦੇ। ਮਾਮਲਾ ਠੱਪ ਕਰਨ ਵਾਸਤੇ ਮਨਘੜਤ ਕਹਾਣੀ ਬਣਾਈ ਸੀ IAS ਅਫਸਰ ਰਾਹੁਲ ਪਨਾਰੀ, ਨੀਲਿਮਾ ਤੇ ਰਜਤ ਅਗਰਵਾਲ ਨੇ, ਜਿਨ੍ਹਾਂ ਦੇ ਨਾਮ ਕਿ ਕੱਲ ਦੀ FIR ਵਿੱਚ ਦਰਜ ਨੇ ਵਿਜੀਲੈਂਸ ਦੀ। ਸਿਰਫ ਇੱਕ ਦਾ ਨਾਮ ਦਰਜ ਹੈ, ਨੀਲਿਮਾ ਦਾ। ਫਿਰ ਆਮ ਆਦਮੀ ਪਾਰਟੀ ਨੇ ਇਹ 'ਚ ਬੋਲੇ ਸੀ ਉਦੋਂ 2021 ਦੇ ਵਿੱਚ, ਉਦੋਂ ਇਨਕੁਆਇਰੀ ਨੰਬਰ 4 ਕੰਪਲੀਟ ਹੋਈ ਹੈ, ਉਦੋਂ ਫਿਰ ਕੁਝ ਨਵੇਂ ਪਲਾਟ, ਨਵੇਂ ਬੰਦੇ ਦੇ ਨਾਮ ਐਡ ਕੀਤੇ ਗਏ। ਫਿਰ ਨੀਲਿਮਾ ਨੇ ਇੱਕ ਆਪਣੀ ਬਦਲੀ ਤੋਂ ਬਾਅਦ ਬੈਕ ਡੇਟ ਦੇ ਵਿੱਚ ਸਾਈਨ ਕਰਕੇ ਫਿਰ ਉਸ ਇਨਕੁਆਇਰੀ ਨੂੰ ਠੱਪ ਕਰ ਦਿੱਤਾ ਸੀ। ਫਿਰ ਜਦੋਂ ਨਵੀਂ ਸਰਕਾਰ ਬਣੀ, ਭਗਵੰਤ ਮਾਨ ਸਰਕਾਰ, ਤਾਂ ਇਹ ਜਿਹੜੇ EMPLOYE ਯੂਨੀਅਨ ਦੇ ਲੋਕ ਤੁਹਾਡੇ ਨਾਲ ਖੜੇ ਆ, ਇਹਨਾਂ ਨੂੰ ਨਾਲ ਲੈ ਕੇ ਅਸੀਂ ਵਿਧਾਨ ਸਭਾ ਦੇ ਬਾਹਰ ਪਹੁੰਚੇ ਸੀ 28 ਜੂਨ ਨੂੰ। ਉਦੋਂ ਘਰਾਓ ਵੀ ਕੀਤਾ ਸੀ, ਸਾਨੂੰ ਥਾਣੇ ਵੀ ਰਹਿਣਾ ਪਿਆ ਸਾਰਾ ਦਿਨ, 3 ਸੈਕਟਰ। ਉਸ ਦਿਨ ਤੋਂ ਬਾਅਦ ਇਹ ਗੱਲਬਾਤ ਸ਼ੁਰੂ ਹੋਈ ਹੈ। ਤੇ ਹਾਂਜੀ, ਰੋਕ ਕੇ ਸਿਰਫ ਇੱਕ ਚੀਜ਼ ਜ਼ਰੂਰ ਪਹਿਲਾਂ ਸਪਸ਼ਟ ਕਰੋ, ਇਹ ਘੁਟਾਲਾ ਕਿਵੇਂ ਗਿਣਿਆ ਜਾਂਦਾ? ਅਗਲੇ ਕਹਿੰਦੇ ਨੇ ਕਿ ਅਸੀਂ ਤਾਂ ਛੋਟੇ ਪਲਾਟ ਕਰ ਦਿੱਤੇ, ਚਲੋ ਭਾਵੇਂ ਨਿਯਮਾਂ ਨੂੰ ਸੱਜੇ ਕਰਕੇ ਕੀਤੇ, ਭਾਵੇਂ ਖੱਬੇ ਕਰਕੇ ਕੀਤੇ, ਪਲਾਟ ਵੇਚੇ ਗਏ, ਰੈਵਨਿਊ ਡਿਪਾਰਟਮੈਂਟ ਨੂੰ ਰੈਵਨਿਊ ਚਲਾ ਗਿਆ, ਨਕਸ਼ਾ ਪਾਸ ਕਰਨ ਵਾਸਤੇ ਨਕਸ਼ਾ ਪਾਸ ਕਰਨ ਦੀ ਫੀਸ ਚਲੀ ਗਈ। ਘੁਟਾਲਾ ਕਿੱਥੇ ਹੈ? 600-700 ਕਰੋੜ ਉਹ ਕਿਹੜਾ ਹੈ, ਕਿੱਥੇ ਗਿਆ? ਦੇਖੋ, ਘੁਟਾਲੇ ਦੀ ਗੱਲ ਤਾਂ ਇਹ ਹੈ, ਜਿਹੜਾ ਇਹ 26 ਏਕੜ ਦਾ ਪਲਾਟ ਹੈ, ਜੇ ਪੰਜਾਬ ਠੀਕ ਹੈ ਨਾ ਘਪਲਾ ਕਰਕੇ ਫੈਕਟਰੀ ਬੰਦ ਕੀਤੀ ਹੈ, ਜਾਣਬੁੱਝ ਕੇ ਮੈਨੇਜਮੈਂਟ ਨੇ, ਸਰਕਾਰ ਨੇ, ਪ੍ਰਸ਼ਾਸਨ ਨੇ ਪੈਸੇ ਖਾਦੇ ਆ, ਇੱਥੇ ਦੀ ਮਸ਼ੀਨਰੀ 'ਚ ਇੱਥੇ ਦਰਖਤ ਵੱਢੇ ਗਏ 500, ਉਹ ਘਪਲਾ ਤਾਂ ਕਰ ਗਏ, ਹੋ ਸਕਦਾ ਹਜ਼ਾਰਾਂ ਕਰੋੜ ਦਾ ਹੋਵੇ। ਅਸਲ ਅੱਖ ਸੀ ਇਹ ਪਲਾਟ ਦੇ ਉੱਤੇ। ਹੁਣ ਮਾਫੀਆ ਨੇ ਕੀ ਕੀਤਾ? ਲੈਂਡ ਮਾਫੀਆ ਨੇ ਕੀ ਕੀਤਾ ਕਿ 26 ਏਕੜ ਦਾ ਪਲਾਟ ਜੇ ਪੰਜਾਬ ਸਰਕਾਰ ਤੋਂ ਪਾਸ ਕਰਵਾਉਂਦੇ ਕਿ ਇੱਥੇ ਅਸੀਂ 125 ਪਲਾਟ ਕੱਟ ਕੇ ਵੇਚਣੇ ਆ, ਤਾਂ ਅੱਜ ਜਿਹੜਾ ਲੈਂਡ ਮਾਫੀਆ ਨੇ, ਇਹ ਜਿਹੜੇ ਐਂਡ ਯੂਜ਼ਰ ਹੈ, ਇਹਨੂੰ 65,000 ਰੁਪਏ ਗਜ ਵੇਚਿਆ, ਤਾਂ ਪੰਜਾਬ ਸਰਕਾਰ ਵੀ 65,000 ਰੁਪਏ ਗਜ ਲੈਂਦੀ। ਪਰ ਪੰਜਾਬ ਸਰਕਾਰ ਦੇ ਨਿਯਮਾਂ ਦੀ ਜਿਹੜੀ ਉਲੰਘਣਾ ਕਰਕੇ, ਗੁੰਮਰਾਹ ਕਰਕੇ 7-8 ਹਜ਼ਾਰ ਰੁਪਏ ਗਜ ਪਲਾਟ ਇਹ ਲੈ ਕੇ 100-150 ਕਰੋੜ ਰੁਪਏ 'ਚ 700-800 ਕਰੋੜ ਦਾ ਵੇਚਿਆ ਗਿਆ। ਇਹ ਪੰਜਾਬ ਸਰਕਾਰ ਦਾ ਨੁਕਸਾਨ ਹੈ, ਇਹੀ ਘੁਟਾਲਾ ਹੈਗਾ। ਤੇ ਹਾਂ, ਉਹਦਾ ਨਾ ਕੋਈ ਨਕਸ਼ਾ ਪਾਸ ਹੈ 125 ਏਕੜ ਦਾ, ਤੇ ਨਾ ਕੋਈ ਸੀਵਰੇਜ ਦੇ ਕਨੈਕਸ਼ਨ ਪਾਸ ਹੈ, ਨਾ ਕੋਈ ਬਿਜਲੀ ਵਾਸਤੇ ਪਾਸ ਹੈਗਾ, ਉਹ ਕੁਝ ਵੀ ਹੈ ਨਹੀਂ। ਅਸਲ ਗੱਲ ਪਾਸ ਕਰਾਏ ਸੀ 12 ਟੋਟੇ, 12 ਨੂੰ ਟੈਂਪਰ ਕਰਕੇ 125 ਬਣਾ ਦੇਣਾ, ਇਹ ਇੱਕ ਘਪਲਾ ਹੈਗਾ। ਤੇ ਉਹਦੇ ਵਿੱਚ ਬਾਅਦ 'ਚ ਇਹਨਾਂ ਜਿਹੜੀ ਫਾਈਲ ਹੈ ਫਿਲਿਪਸ ਦੀ, ਉਹਦੇ ਵਿੱਚੋਂ ਉਹ ਸਾਰੇ ਪੇਪਰ ਗਾਇਬ ਕੀਤੇ ਗਏ। ਪਰਸੋਂ ਤੱਕ ਵਿਜੀਲੈਂਸ ਨੂੰ ਲੱਗਦਾ ਸੀ ਕਿ ਪਰਚਾ ਨਹੀਂ ਬਣਦਾ। ਫਿਰ ਜਿਹੜੇ ਉਹ ਅਫਸਰ SDO ਸੀ, ਇੱਕ ਪਾਲ ਬਚਨ, ਜਿਹੜੇ ਰਾੜੇਵਾਲਾ CM ਰਹੇ, ਉਹਦਾ ਪੋਤਾ ਹੈ, ਉਹ SDO ਸੀ ਗਿਆ, ਉਹਦੇ ਕੋਲ 12 ਟੋਟੇ ਪਾਸ ਕਰਾਉਣ ਦਾ ਨਕਸ਼ਾ ਗਿਆ ਸੀਗਾ। ਉਹਨੇ ਓਬਜੈਕਸ਼ਨ ਲਗਾਤਾ, ਖੁੰਦਕ ਦੇ ਵਿੱਚ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਉਹਦੇ ਬਿਆਨ ਅਸੀਂ ਕਰਵਾਏ ਵਿਜੀਲੈਂਸ ਕੋਲ ਕਿ ਹਾਂ ਇਹ ਨਕਸ਼ਾ ਮੇਰੇ ਕੋਲ ਆਇਆ ਸੀ 12 ਪਲਾਟਾਂ ਦਾ, ਉਹਨੇ ਸਾਰੀ ਸਟੋਰੀ ਦੱਸੀ ਹੈ। ਫਿਰ ਜਿਹੜੇ ਮਿਸਟਰ ਜਹਾ ਸੀਗੇ, ਉਦੋਂ ਡਾਇਰੈਕਟਰ ਸੀਗੇ PSIC ਦੇ, ਉਹਨਾਂ ਨੇ ਉਦੋਂ ਚਿੱਠੀ ਲਿਖੀ ਸੀ ਪਿਛਲੀ ਸਰਕਾਰ ਸਮੇਂ ਕਿ 700 ਕਰੋੜ ਦਾ ਘਪਲਾ ਇਸ ਪਲਾਟ 'ਚ ਹੋਇਆ, ਜੇ ਤੁਸੀਂ ਕਾਰਵਾਈ ਨੇ ਕੀਤੀ MD ਨੂੰ ਲਿਖਿਆ ਜੀ ਮੈਂ ਰਿਜ਼ਾਈਨ ਦੇ ਦਾਂਗਾ। ਦੇਖੋ, ਜੋ ਉਹਨਾਂ ਨੇ ਇੱਕ ਪਲਾਟ ਤੋਂ 26 ਏਕੜ ਦੇ ਇੱਕ ਪਲਾਟ ਤੋਂ 12 ਪਲਾਟ ਕਰ ਦਿੱਤੇ, ਉਹ ਨਿਯਮਾਂ ਦੇ ਅਨੁਕੂਲ ਕੀਤੇ ਗਏ।
12 ਤੋਂ 125 ਕਿਵੇਂ ਹੋਏ ਉਹ ਚਿੱਠੀ ਝੂਠ ਹੈ। ਹਾਂ, ਉਹ ਚਿੱਠੀ ਵੀ ਝੂਠ ਹੈ। ਜਿੱਦਾਂ ਆਪਾਂ ਹੱਥ ਨਾਲ ਕੋਈ ਰਬੜ ਫੇਰ ਕੇ 12 ਦੇ ਪਿੱਛੇ 5 ਲਿਖ ਦਈਏ ਹੋਰ ਤਾਂ 125 ਬਣਾਤਾ, ਉਹ ਝੂਠ ਹੈ। ਕਿਉਂਕਿ ਜੇ 125 ਦਾ ਨਕਸ਼ਾ ਪਾਸ ਕਰਾਉਣਾ ਪੈਂਦਾ, ਰੇਰਾ ਤੋਂ ਲਾਇਸੈਂਸ ਲੈਣਾ ਪੈਂਦਾ, ਪਰਮਿਸ਼ਨ ਲੈਣੀ ਪੈਂਦੀ, ਗਮਾਡਾ ਤੋਂ ਲੈਣੀ ਪੈਂਦੀ, ਉਹ ਇਹਨਾਂ ਕੁਝ ਵੀ ਨਹੀਂ ਲਿਆ ਮਿਲ ਮਿਲਾ ਕੇ। ਇੱਥੇ ਸੀਵਰੇਜ ਦੇ ਕਨੈਕਸ਼ਨ ਨਹੀਂ ਹੋ ਸਕਦਾ 125, ਕਿਉਂਕਿ 125 ਪਾਸ ਹੈ ਨਹੀਂ। ਸੀਵਰੇਜ ਦੇ ਕਨੈਕਸ਼ਨ ਜਿਹੜੇ ਲਏ ਆ ਨਗਰ ਨਿਗਮ ਨਾਲ ਮਿਲ ਕੇ, ਉਹ ਵੀ ਫਰਾਡ ਹੈਗਾ। ਇਸ ਤਰ੍ਹਾਂ ਦਾ ਸਾਰਾ ਇਹਨੇ ਫਰਾਡ ਕੀਤਾ ਤੇ ਇਹਦੇ 'ਚ ਬਾਈਫਰਕੇਸ਼ਨ ਜਿਹੜੀ ਹੋਈ ਆ 12 ਦੀ 12 ਵੀ ਗਲਤ ਤਰੀਕੇ ਨਾਲ ਹੋਈ ਹੈ। ਉਹਦੀ ਪ੍ਰੋਪਰ ਪਰਮਿਸ਼ਨ ਨਹੀਂ ਹੈ, ਉਹ ਵੀ ਨਕਸ਼ੇ ਪਾਸ ਨਹੀਂ ਹੈ। 12 ਜੇ ਹੁੰਦੀ ਉਹ ਵੀ ਝੂਠ ਸੀ, ਉਹ ਵੀ ਠੱਗੀ ਸੀਗੀ, ਪਰ 12 ਦੇ 125 ਬਣਾ ਕੇ ਹੋਰ ਠੱਗੀ ਕਰ ਲਈ ਗਈ। ਇਹ ਵੀ ਉਦੋਂ ਕਿਹਾ ਜਾਂਦਾ ਹੈ, ਜਦੋਂ ਮੈਂ ਤੁਹਾਡਾ ਵੀ ਹਵਾਲਾ ਦਿੱਤਾ, ਤੁਸੀਂ ਗੱਲ ਚੁੱਕੀ, ਤਾਂ ਤੀਕਸ਼ਣ ਸੂਦ ਜੋ ਕਿ ਸਾਬਕਾ ਜਿਹੜੇ ਇਹਨਾਂ ਤੋਂ ਵੀ ਪਹਿਲਾਂ ਦੇ ਅਕਾਲੀ ਸਰਕਾਰ ਵੇਲੇ ਦੇ, ਭਾਜਪਾ ਸਰਕਾਰ ਵੇਲੇ ਦੇ ਉਦਯੋਗ ਮੰਤਰੀ ਨੇ, ਉਹਨਾਂ ਨੇ ਗੱਲ ਚੁੱਕੀ ਤਾਂ ਇਹ ਗੱਲ ਕਹੀ ਗਈ, ਪੇਸ਼ ਕੀਤੀ ਗਈ ਕਿ ਜੋ ਮਾਈਕਰੋ ਪਲਾਟਿੰਗ 12 ਪਲਾਟਾਂ ਦੇ ਰੂਪ 'ਚ ਮਾਈਕਰੋ ਪਲਾਟਿੰਗ ਕੀਤੀ ਗਈ, ਉਹਦੇ ਵਾਸਤੇ ਬਕਾਇਦਾ ਕੈਬਨਿਟ ਦੀ ਜਿਹੜੀ ਮਨਜ਼ੂਰੀ ਲਿੱਤੀ ਗਈ ਸੀ। ਇਹਦੇ 'ਚ ਕਿੰਨਾ ਕੁ ਸੱਚ ਹੈ? ਇਹ 200% ਝੂਠ ਹੈ ਜੀ। ਜੇ ਕੈਬਨਿਟ ਦੀ ਮਨਜ਼ੂਰੀ ਹੁੰਦੀ ਤਾਂ ਉਹ ਵਿਜੀਲੈਂਸ ਨੂੰ ਪੇਸ਼ ਕਰਦੇ, ਅੱਜ ਪਰਚਾ ਦਰਜ ਨਾ ਹੁੰਦਾ। ਅਸਲ ਗੱਲ ਇਹ ਹੈ, ਜੋ ਫਿਲਿਪਸ ਨਾਲ ਹੋਇਆ ਉਹੀ ਜਿਹੜੀ JCT ਪਲਾਟ ਹੈ ਉਹਦੇ ਨਾਲ ਹੋਇਆ। ਉਹੀ ਇੱਕ JCT ਪਲਾਟ, ਇਹ 26 ਏਕੜ ਦਾ, JCT ਪਲਾਟ 35 ਏਕੜ ਦਾ, ਜਿਹਨੂੰ ਅਸੀਂ 700 ਕਰੋੜ ਦਾ ਕਹਿੰਦੇ, ਉਹ 1000 ਕਰੋੜ ਦਾ। ਉੱਥੇ ਵੀ ਸੇਮ ਘਪਲਾ ਹੋਇਆ। ਟਾਈਨਰ ਕੰਪਨੀ, ਗੁਰਿੰਦਰ ਪਾਪਾ ਜਿਹੜਾ ਇਰੀਗੇਸ਼ਨ ਸਕੈਮ 'ਚ ਹੈ, ਉਹਦਾ ਟਾਈਨਰ ਕੰਪਨੀ ਜਿੱਥੇ ਲਾਲੂ ਦੀ ਮਜ਼ਾਰ ਬਣੀ ਹੈ ਇੰਡਸਟਰੀ ਦੇ ਸੱਤ ਵਿੱਚ, ਉੱਥੇ ਵੀ ਬਾਈਫਰਕੇਸ਼ਨ ਕੀਤੀ ਗਈ ਹੈ। ਇਸ ਤਰੀਕੇ ਨਾਲ ਦਰਜਨਾਂ ਪਲਾਟ ਤਾਂ ਇਕੱਲੇ ਮੋਹਾਲੀ 'ਚ ਹੀ ਹੈ। ਹੋਰ ਜੇ ਇਨਕੁਆਇਰੀ ਨੰਬਰ 3 ਤੇ 4 ਦੀ ਗੱਲ ਕਰਾਂ, ਕੁੱਤਿਆਂ ਬਿੱਲਿਆਂ ਨੂੰ ਇਹਨੇ ਆਪਣੇ ਕਰ ਦਿੱਤਾ, ਪਲਾਟ ਅਲਾਟ ਕਰ ਦਿੱਤੇ ਕੁੱਤੇ ਬਿੱਲ ਨੂੰ। ਇਸ ਕਰਕੇ ਕਹਿ ਰਹੇ ਇਨਕਮ ਟੈਕਸ ਨੂੰ ਪੇਸ਼ ਨਹੀਂ ਕਰ ਸਕੇ ਕਿ ਇਸ 10 ਕਰੋੜ ਦੇ ਜਾਂ 100 ਕਰੋੜ ਦੇ ਪਲਾਟ ਦਾ ਮਾਲਕ ਕੌਣ ਹੈ, ਸਤਨਾਮ ਸਿੰਘ ਕੌਣ ਹੈ, ਉਹਦਾ ਬੈਂਕ ਖਾਤਾ ਨੰਬਰ ਲਿਆਓ, ਉਹਦਾ ਆਧਾਰ ਕਾਰਡ ਨੰਬਰ ਲਿਆਓ, ਉਹਦਾ ਇਨਕਮ ਟੈਕਸ ਨੰਬਰ ਲਿਆਓ, ਕੋਈ ਪੇਸ਼ ਨਹੀਂ ਕਰ ਸਕਿਆ। ਇਸ ਤਰੀਕੇ ਨਾਲ ਇਹ ਫਿਲਿਪਸ ਇੱਕ ਐਗਜ਼ਾਮਪਲ ਹੈ। ਇੱਦਾਂ ਦੇ ਹੋਰ ਸੈਂਕੜੇ ਪਲਾਟ ਹੈ ਜਿਹਦੇ ਕਾਰਵਾਈ ਹੋਣੀ ਬਾਕੀ ਹੈ। ਪਰ ਪਤਾ ਲੱਗ ਰਿਹਾ ਕਿ ਲੈਂਡ ਮਾਫੀਆ ਜੋ ਇਸ 'ਚ ਸ਼ਾਮਲ ਸੀ, ਲੈਂਡ ਮਾਫੀਆ ਮੈਂ ਇਸ ਕਰਕੇ ਸ਼ਬਦ ਵਰਤਿਆ ਕਿਉਂਕਿ ਉਹ ਸ਼ਰੇਆਮ ਹੁਣ ਧਮਕੀਆਂ ਦੇ ਰਹੇ ਨੇ, ਪੱਤਰਕਾਰਾਂ ਨੂੰ ਵੀ ਧਮਕੀਆਂ ਦੇ ਰਹੇ ਨੇ। ਉਹ ਤੁਹਾਨੂੰ ਤਾਂ ਧਮਕੀਆਂ ਪਹਿਲਾਂ ਉਹ ਦਿੰਦੇ ਆ ਰਹੇ ਨੇ। ਉਹਨਾਂ ਦੀ ਭੂਮਿਕਾ ਕੀ ਆ, ਉਹ ਕੌਣ ਨੇ, ਉਹਨਾਂ ਦੇ ਨਾਮ ਕੀ ਨੇ? ਇੱਕ ਦਾ ਨਾਮ ਤਾਂ ਗੁਲਮੋਹਰ ਕਰਕੇ ਵਿੱਚ ਵੀ ਆ ਗਿਆ ਕੱਲ ਦੀ FIR ਦੇ ਵਿੱਚ। ਦੇਖੋ ਜੀ, ਇਹ ਜਿਹੜੀ ਪਲਾਟ ਹੈ ਗੁਲਮੋਹਰ ਨੇ ਖਰੀਦਿਆ ਸੀਗਾ ਤੇ ਗੁਲਮੋਹਰ ਵਾਲੇ 3 ਪਾਰਟਨਰ, JT ਮੇਰੇ ਖਿਆਲ ਉਹਦਾ ਨਾਮ ਹੈ, 34 ਸੈਕਟਰ ਉਹਨਾਂ ਦਾ ਆਫਿਸ ਹੈ, ਉਹ 3 ਪਾਰਟਨਰ ਹੈ। ਉਹ ਸਾਹਮਣੇ ਆਉਣ ਵਾਲੇ ਪਿੱਛੇ ਦਾ ਕੋਈ ਹੋਰ ਹੈ। ਹੁਣ ਜਿਹੜੀ ED 'ਚ ਇਨਕੁਆਇਰੀ ਚੱਲਦੀ ਹੈ ਸਾਰੇ ਮਾਮਲੇ ਦੀ, ਉਹ ਜਿਹੜਾ ਤਹਿਸੀਲਦਾਰ ਸੀ, ਮੈਂ ਨਾਮ ਭੁੱਲ ਗਿਆ, ਧੂਤ ਕੇ ਹੋਰ, ਉਹਦਾ ਵੀ ਇੱਥੇ ਪੈਸਾ ਲੱਗਿਆ ਹੋਇਆ, ਉਹ ਵੀ ਗੁਲਮੋਹਰ ਦੇ ਆਫਿਸ 'ਚ ਆਉਂਦਾ। ਉਹਦੀ ਸਾਰੀ ਵੀਡੀਓਜ਼ ED ਕੋਲ ਪਈਆਂ। ਤੇ ਹੋਰ ਵੀ ਇਰੀਗੇਸ਼ਨ ਸਕੈਮ ਵਾਲੇ ਦੇ ਪੈਸਾ ਲੱਗਿਆ, ਉਹਦਾ ਅੱਗੇ ਮੋਰੇ ਕੁਝ ਹੋਰ ਹੈ, ਉਹਦੇ ਪਿੱਛੇ ਇਨਵੈਸਟਰ ਕੋਈ ਹੋਰ ਹੈਗੇ ਆ। ਮੈਨੂੰ ਆਪ ਨਹੀਂ ਪਤਾ ਵੀ ਕਿਹੜੇ ਕਿਹੜੇ ਨੈਟਵਰਕ ਹੈਗਾ, ਕਿਹੜੇ ਕਿਹੜੇ ਜਾਲ ਹੈਗਾ। ਧਮਕੀਆਂ ਜ਼ਰੂਰ ਅੱਜ ਵੀ ਆਈਆਂ ਤੇ ਕੱਲ੍ਹ ਵੀ ਆਈਆਂ, ਸੁਨੇਹੇ ਵੀ ਆਏ ਵੀ ਪਿੱਛੇ ਹਟ ਜਾ। ਕੱਲ੍ਹ 4 ਵਜੇ ਇਹ ਵੀ ਕਿਹਾ ਗਿਆ, ਪਹਿਲਾਂ ਤਾਂ ਕੁਝ ਹੋਰ ਕਰਨਾ ਸੀ, ਹੁਣ ਤੁਹਾਨੂੰ ਇਹ ਕਰਾਂਗੇ। ਉਹ ਕੱਲ੍ਹ 4 ਵਜੇ ਸਾਨੂੰ ਉਹ ਵੀ ਸੁਨੇਹੇ ਮਿਲੇ ਆ। ਆਪਾਂ ਹੁਣ ਗੱਲ ਤੇ ਆਉਂਦੇ, ਜੋ ਇੰਪਲੋਈਜ਼ ਇਹ ਖੜੇ ਨੇ, ਜੋ ਪੀੜਤ ਧਿਰਾਂ ਨੇ, ਇਹਨਾਂ ਦਾ ਪੱਖ ਕੀ ਹੈ? ਦੇਖੋ, ਇਹਨਾਂ ਦਾ ਪੱਖ ਇਹ ਹੈ ਕਿ ਜੇ ਕੰਪਨੀ ਪ੍ਰੋਫਿਟ ਦੇ ਵਿੱਚ ਜਾ ਰਹੀ ਹੈ, ਉਹਨੂੰ ਵੇਚਣਾ ਨਹੀਂ ਚਾਹੀਦਾ ਸੀ। ਮੈਨੇਜਮੈਂਟ ਨੇ ਇਹ ਕੀਤਾ ਕਿਉਂਕਿ ਫਿਲਿਪਸ ਕੰਪਨੀ ਤਾਂ ਬਾਹਰ ਦੀ ਹੈ। ਲੋਕਲ ਜਿਹੜੇ ਇੰਡੀਅਨ ਮੈਨੇਜਮੈਂਟ ਹੈ ਉਹ ਸੋਚਦੇ ਚੱਲ ਆਪਾਂ ਦੋਨੋਂ ਹੱਥਾਂ 'ਚ ਮਲਾਈ ਆ, ਆਪਾਂ ਖਾ ਲੈਂਦੇ ਹਾਂ। ਤੇ ਉਹਨਾਂ ਨੇ ਉੱਪਰ ਸਿਸਟਮ ਨੂੰ ਗੁੰਮਰਾਹ ਕਰਕੇ ਆਪਣੀ ਕੰਪਨੀ ਨੂੰ ਇੰਡਸਟਰੀ ਇੱਥੋਂ ਉਜਾੜ ਕੇ ਕਿਸੇ ਹੋਰ ਬਾਹਰਲੀ ਸਟੇਟ 'ਚ ਜਿੱਥੇ ਸਸਤੀ ਲੇਬਰ ਮਿਲ ਜੇ ਉਹਦੇ ਲਈ ਕੰਮ ਕੀਤਾ, ਜਾਂ ਇੰਟਰਨੈਸ਼ਨਲ ਲੈਵਲ 'ਤੇ ਕਿਸੇ ਹੋਰ ਦੇਸ਼, ਵੀਅਤਨਾਮ ਵਰਗੇ ਦੇਸ਼ 'ਚ ਸਾਰੀ ਮਸ਼ੀਨਰੀ ਸ਼ਿਫਟ ਕੀਤੀ ਗੈਰ ਕਾਨੂੰਨੀ ਤੌਰ 'ਤੇ। ਉਹ ਇਹਨਾਂ ਦਾ ਉਸ ਕਰਕੇ ਇਹਨੂੰ ਬੇਰੁਜ਼ਗਾਰ ਕੀਤਾ ਗਿਆ। ਦੂਜਾ, ਜਿਹੜੀ ਫਿਰ ਕੰਪਲਸਰੀ ਰਿਟਾਇਰਮੈਂਟ ਤੇ VRS ਕੱਢੀ ਗਈ, ਇਹ ਕਹਿੰਦੇ ਜਦੋਂ ਪ੍ਰੋਫਿਟ 'ਚ ਅਸੀਂ ਕੰਮ ਕਰਦੇ ਸੀ ਕਿਉਂ ਲਈਏ। ਇਹਨੂੰ ਧਮਕਾਇਆ ਗਿਆ, ਇਹਨੂੰ ਥ੍ਰੈਟ ਕੀਤਾ ਗਿਆ, ਇਹਨਾਂ ਦੇ ਰਿਵਾਲਵਰ ਰੱਖੀ ਗਈ, ਇਹਨੂੰ ਕਮਰੇ 'ਚ ਬੰਦ ਕੀਤਾ ਗਿਆ। ਇੱਦਾਂ ਦੇ ਇੰਪਲੋਈ ਜਿਹੜੇ ਹਲੇ ਅੱਜ ਕੋਰਟ 'ਚ ਪੇਸ਼ ਹੈ, 60 ਡਿਗਰੀ ਟੈਂਪਰੇਚਰ ਦੇ ਉੱਤੇ ਉਹਨਾਂ ਨੂੰ ਲਗਾਇਆ ਗਿਆ ਤੇ ਭੱਠੀਆਂ ਦੇ ਉੱਤੇ ਪੱਖੇ AC ਬੰਦ ਕਰਕੇ ਉਹਨੂੰ ਕੀਤਾ ਗਿਆ ਕਿ ਜ਼ਿਆਦਾ ਰਜਾਇਣ ਦੇ, ਨਹੀਂ ਤੈਨੂੰ ਇੱਦਾਂ ਹੀ ਥ੍ਰੈਟ ਕਰਾਂਗੇ। ਉਹ 'ਚ ਇੱਦਾਂ ਦੇ ਬੰਦੇ ਵੀ ਦਰਜ ਨੇ ਇੱਥੇ ਜਿਹਨਾਂ ਨੂੰ 1 ਰੁਪਈਆ ਹੁਣ ਤੱਕ ਨਹੀਂ ਮਿਲਿਆ, ਕੋਰਟ 'ਚ ਹੈਗੇ ਆ। ਉਹ ਸਾਰਾ ਕੁਝ ਹੋਇਆ ਕਿਉਂਕਿ ਪ੍ਰੋਪਰ ਪਲੈਨਿੰਗ ਨਾਲ ਇਹਨੂੰ ਉਜਾੜਿਆ ਗਿਆ। 1500 ਪਰਿਵਾਰਾਂ ਨੂੰ, ਇਕੱਲੇ 1500 ਪਰਿਵਾਰ ਇਹ ਨਹੀਂ ਉਜੜੇ, ਜਿਹੜੀ ਫਿਲਿਪਸ ਕੰਪਨੀ ਨੂੰ ਬਾਹਰਲੇ ਛੋਟੇ ਛੋਟੇ ਯੂਨਿਟ ਪ੍ਰੋਡਕਟ ਸਪਲਾਈ ਕਰਦੇ ਸੀ ਬਣਾ ਕੇ ਮੋਹਾਲੀ 'ਚ, ਡੇਰਾਬੱਸੀ 'ਚ ਜਾਂ ਹੋਰ ਕੁਰਾਲੀ 'ਚ, ਉਹ ਵੀ ਸੈਂਕੜੇ ਮੁਲਾਜ਼ਮ ਜਿਹੜੇ ਬੇਰੁਜ਼ਗਾਰ ਹੋਏ ਆ, ਦਰਜਨਾਂ ਜਿਹੜੇ ਕਦੇ ਰਿਕਾਰਡ 'ਚ ਹੀ ਨਹੀਂ ਆਣੇ। ਇਸ ਤਰੀਕੇ ਨਾਲ ਹਜ਼ਾਰਾਂ ਲੋਕਾਂ ਨੂੰ ਬੇਰੁਜ਼ਗਾਰ ਕੀਤਾ, ਉਹਨਾਂ ਦੇ ਚੁੱਲ੍ਹੇ ਠੰਡੇ ਕੀਤੇ ਗਏ। ਇਹ ਔਰਤਾਂ ਬੈਠੀਆਂ, ਕਿਸੇ ਦਾ ਪਤੀ ਟੈਨਸ਼ਨ ਨਾਲ ਮਰ ਗਿਆ, ਕਿਸੇ ਨੂੰ ਹਾਰਟ ਅਟੈਕ ਹੋ ਗਈ, ਰੋਟੀ ਖਾਣ ਨੂੰ ਪੈਸੇ ਨਹੀਂ, ਕੋਈ ਅੱਜ ਰਿਕਸ਼ਾ ਚਲਾਉਂਦਾ, ਕੋਈ ਸਬਜ਼ੀ ਦੀ ਰੇਹੜੀ ਲਗਾਉਂਦਾ। ਉਹ ਧੋਖਾ ਇਹਨਾਂ ਨਾਲ ਹੋਇਆ ਤੇ ਇਹਨਾਂ ਦੇ ਕੇਸ ਵੀ ਚੱਲਦੇ ਆ ਕੋਰਟ 'ਚ, ਕਚਹਿਰੀਆਂ 'ਚ, ਕਿ ਇਹਨੂੰ ਪ੍ਰੋਪਰ ਪ੍ਰੋਫਿਟ ਤਾਂ ਮਿਲ ਜੇ, ਜਿਹੜੇ ਇਹਨਾਂ ਦੇ ਬਣਦੇ ਫੰਡ ਆ ਉਹ ਤਾਂ ਮਿਲ ਜਾਣ, ਜਿਹੜੀ ਬਣਦੀ ਸੈਲਰੀ ਉਹ ਤਾਂ ਮਿਲ ਜਾਣਾ। ਜਿਹੜੀ ਮੋਨਾਪੁਰੀ ਨਾਮ ਦੀ ਇੱਕ ਲੇਬਰ ਕਮਿਸ਼ਨਰ ਹੈ, ਉਹਨੇ ਬਕਾਇਦਾ ਸਿਸਟਮੈਟਿਕਲੀ ਰਿਸ਼ਵਤ ਲੈ ਕੇ ਕੰਪਨੀ ਨੂੰ ਲਾਭ ਪਹੁੰਚਾਇਆ ਤਾਂ ਕਿ ਪਲਾਟ ਵਿਕ ਸਕੇ। ਤੇ ਹੋਰ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਹੈ, DC ਨੇ, SSP ਨੇ, ਜਿੰਨੀਆਂ ਨੇ ਸ਼ਿਕਾਇਤਾਂ ਦਿੱਤੀਆਂ, ਕਦੇ ਕਿਸੇ ਨੇ ਇਹਨਾਂ ਦੇ ਹੱਕ 'ਚ ਕੋਈ ਖੜ ਕੇ ਕਾਰਵਾਈ ਨਹੀਂ ਕੀਤੀ। ਜਿਸ ਦਿਨ ਇਸ ਪਲਾਟ ਦੀ ਰਜਿਸਟਰੀ ਹੋਈ ਹੈ, ਇਹ ਜਿਹੜੇ ਬੰਦੇ ਮੇਰੇ ਨਾਲ ਖੜੇ ਆ, ਇਹ ਉਸ ਦਿਨ ਵੀ ਕਦੇ ਬਲਵੀਰ ਸਿੱਧੂ ਕੋਲ ਜਾ ਰਹੇ ਆ, ਕਦੇ DC ਕੋਲ ਜਾ ਰਹੇ ਆ, ਕਦੇ ਕਿਸੇ ਕੋਲ ਜਾ ਰਹੇ ਆ। ਇਹਨੂੰ ਪੂਰਾ ਲਾਰਾ ਲਗਾਇਆ ਗਿਆ ਕਿ ਨਹੀਂ ਜੀ ਰਜਿਸਟਰੀ ਹੋ ਨਹੀਂ ਸਕਦੀ, ਬੈਠੋ, ਅਸੀਂ ਬੈਠੇ ਆ ਤੁਹਾਡੇ ਵਾਸਤੇ। ਤੇ ਇਹਨਾਂ ਨੂੰ ਪਲੋਸ ਕੇ ਬਿਠਾਇਆ ਗਿਆ ਤੇ ਬਾਅਦ 'ਚ ਰਜਿਸਟਰੀ ਕਰਕੇ ਇਹਨੂੰ ਸ਼ਾਮ
ਨੂੰ ਧੱਕੇ ਮਾਰ ਕੇ ਭਜਾ ਦਿੱਤਾ ਗਿਆ ਵੀ ਹੋ ਗਈ। ਇਹ ਸਾਰਾ ਸਿਸਟਮ ਐਦਾ ਹੋਇਆ। ਮੇਰਾ ਆਖਰੀ ਸਵਾਲ ਹੈ, ਵਿਜੀਲੈਂਸ ਨੇ ਹੁਣ ਪਰਚਾ ਦਰਜ ਕਰ ਲਿਆ ਤੇ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਭਗਵੰਤ ਮਾਨ ਸਰਕਾਰ ਦਾ ਇਹ ਭ੍ਰਿਸ਼ਟਾਚਾਰ ਦੇ ਖਿਲਾਫ ਮੇਰੇ ਖਿਆਲ 'ਚ ਬਹੁਤ ਹੀ ਤਕੜਾ ਕਦਮ, ਪਹਿਲਾ ਕਦਮ ਹੈ ਇਹ, ਜਿਹੜਾ ਸਾਲ ਪੂਰਾ ਹੋਣ ਤੋਂ ਪਹਿਲਾਂ ਉਹਨਾਂ ਨੇ ਕਰ ਲਿਆ। ਕਿਸ ਤਰ੍ਹਾਂ ਹੋਇਆ ਉਹ ਤੁਸੀਂ ਵੀ ਦੱਸਿਆ ਹੈ ਕਿ 2-3 ਦਿਨਾਂ ਤੱਕ ਤਾਂ ਵਿਜੀਲੈਂਸ ਨੂੰ ਲੱਗ ਹੀ ਨਹੀਂ ਰਿਹਾ ਸੀ ਕਿ ਪਰਚਾ ਬਣਦਾ ਹੈ। ਫਿਰ ਉਹ ਕੁਝ ਚਿੱਠੀਆਂ ਐਸੀਆਂ ਆਈਆਂ ਕਿ ਜਿਹੜੀਆਂ 26 ਏਕੜ ਦੇ ਪਲਾਟ ਤੋਂ ਪਹਿਲਾਂ 12 ਏਕੜ ਹੋਇਆ, 12 ਹਿੱਸੇ ਹੋਏ, 12 ਹਿੱਸਿਆਂ ਤੋਂ 125 ਹਿੱਸੇ ਹੋ ਗਏ 26 ਏਕੜ ਦੇ। ਇਹ ਘਪਲੇ ਦੇ ਜਦੋਂ ਉਹਨਾਂ ਕੋਲ ਤੱਥ ਸਾਹਮਣੇ ਆਏ ਤਾਂ ਉਹਨਾਂ ਨੇ ਜਾ ਕੇ ਪਰਚਾ ਦਰਜ ਕੀਤਾ। ਇਹ ਕੀ ਤੁਸੀਂ ਮੰਨਦੇ ਹੋ ਕਿ ਹੁਣ ਗੱਲ ਤੁਹਾਡੀ ਲੜਾਈ ਖਤਮ ਹੋ ਗਈ ਹੈ ਕਿ ਹਾਲੇ ਹੋਰ ਵੀ ਤੁਹਾਨੂੰ ਇਸ 'ਚ ਕੋਈ ਕਮੀ ਪੇਸ਼ੀ ਨਜ਼ਰ ਆ ਰਹੀ ਆ ਪਰਚੇ 'ਚ? ਨਾ ਜੀ, ਬਿਲਕੁਲ ਲੜਾਈ ਖਤਮ ਨਹੀਂ ਹੋਈ। ਸਿਰਫ ਭਗਵੰਤ ਮਾਨ ਇਮਾਨਦਾਰੀ ਨਾਲ ਲੱਗੇ ਹੋਏ ਆ, ਚੀਫ ਸੈਕਟਰੀ ਇਮਾਨਦਾਰੀ ਨਾਲ ਲੱਗੇ ਹੋਏ ਆ, ਵਿਜੀਲੈਂਸ ਡਾਇਰੈਕਟਰ ਇਮਾਨਦਾਰੀ ਨਾਲ ਲੱਗੇ ਹੋਏ ਆ। ਪਰ ਜਿਹੜੀ IAS ਅਫਸਰਾਂ ਦੀ ਲੌਬੀ ਹੈ, ਚੀਫ ਸੈਕਟਰੀ ਨੇ ਮਾਰਚ ਦੇ ਵਿੱਚ ਰਿਟਾਇਰ ਹੋ ਜਾਣਾ, ਉਹਦੇ ਵਿੱਚ ਕੋਈ ਹੋਰ ਭ੍ਰਿਸ਼ਟ ਬੰਦਾ ਆ ਕੇ ਉੱਥੇ ਰਾਹੁਲ ਭੰਡਾਰੀ ਵਰਗਾ ਬੈਠ ਗਿਆ ਤਾਂ ਸਾਰਾ ਮਾਮਲਾ ਠੱਪ ਕਰ ਦੇਗਾ। ਵਿਜੀਲੈਂਸ ਚੀਫ ਦੀ ਜਿਸ ਦਿਨ ਬਦਲੀ ਕਰ ਦਿੱਤੀ ਕਿ ਹੋਰ ਭ੍ਰਿਸ਼ਟ ਜਾਂ ਹੋਰ ਕਮਜ਼ੋਰ ਬੰਦਾ ਬਿਠਾਤਾ, ਇਹ ਮਾਮਲਾ ਠੱਪ ਹੋ ਸਕਦਾ। ਹਲੇ ਸਿਰਫ ਸ਼ੁਰੂਆਤ ਹੋਈ ਹੈ। ਅਸਲੀ ਮਾਮਲਾ ਜਿਹੜਾ ਇਨਕੁਆਇਰੀ ਨੰਬਰ 3 ਹੈ, ਇਨਕੁਆਇਰੀ ਨੰਬਰ 4 ਹੈ, ਜਿਹੜਾ ਐਦਾਂ ਦੇ ਸੈਂਕੜੇ ਪਲਾਟਾਂ ਦਾ ਘਪਲਾ ਹਜ਼ਾਰਾਂ ਕਰੋੜ ਦਾ, ਜਦੋਂ ਉਹਦੇ ਉੱਤੇ ਕਾਰਵਾਈ ਹੋਏਗੀ ਅਸਲੀ ਤਾਂ ਅਸੀਂ ਉਦੋਂ ਹੀ ਮੰਨਾਂਗੇ। ਹਾਲੇ ਤਾਂ ਸ਼ੁਰੂਆਤ ਹੋਈ ਹੈ, ਪਰ ਫਿਰ ਵੀ ਚੰਗੀ ਸ਼ੁਰੂਆਤ ਅੱਧੀ ਜਿੱਤ ਹੁੰਦੀ ਹੈ ਤੇ ਚੰਗੀ ਸ਼ੁਰੂਆਤ ਹੋਈ ਹੈ ਪਰਚਾ ਦਰਜ ਕਰਨ ਦੀ। ਬਿਲਕੁਲ ਚੰਗੀ ਸ਼ੁਰੂਆਤ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਮੁੱਖ ਤੌਰ ਤੇ ਜਿਹੜੀ ਗੱਲ ਉੱਭਰ ਕੇ ਸਾਹਮਣੇ ਆਉਂਦੀ ਆ ਉਹ ਇਹ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਵੀ ਕਿਹਾ ਕਿ ਜੋ ਮੌਜੂਦਾ ਸਰਕਾਰ ਨੇ ਇਹ ਕਾਰਵਾਈ ਕੀਤੀ ਹੈ ਉਹ ਇੱਕ ਤਰ੍ਹਾਂ ਦੀ ਬਹੁਤ ਤਕੜੀ ਕਾਰਵਾਈ ਹੈ, ਪਹਿਲੀ ਗੱਲ। ਦੂਜੀ ਗੱਲ ਇਸ 'ਚ ਇਹ ਸਮਝਣ ਵਾਲੀ ਹੈ ਕਿ ਜੇਕਰ ਅਫਸਰਸ਼ਾਹੀ ਨੇ ਆਪਣਾ ਰੋਲ ਉਸ ਇਮਾਨਦਾਰੀ ਤੇ ਉਸ ਤਨਦੇਹੀ ਨਾਲ ਅਦਾ ਨਾ ਕੀਤਾ, ਜਿਸ ਤਨਦੇਹੀ ਨਾਲ, ਜਿਵੇਂ ਕਿ ਇਹਨਾਂ ਨੇ ਪੀੜਤ ਲੋਕਾਂ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਸਾਨੂੰ ਭਰੋਸਾ ਹੈ, ਪੰਜਾਬ ਵਿਜੀਲੈਂਸ ਤੇ ਸਾਨੂੰ ਭਰੋਸਾ ਹੈ, ਪੰਜਾਬ ਦੀ ਸਰਕਾਰ ਦੇ ਉੱਤੇ ਭਰੋਸਾ ਹੈ, ਪਰ ਪੰਜਾਬ ਦੀ ਅਫਸਰਸ਼ਾਹੀ ਦੇ ਉੱਤੇ ਭਰੋਸਾ ਨਹੀਂ। ਕਿਉਂ ਕਿਹਾ? ਉਹ ਇਸ ਕਰਕੇ ਕਿਹਾ ਹੈ ਕਿ ਜਿਹੜਾ ਕੱਲ ਪਰਚਾ ਦਰਜ ਹੋਇਆ ਉਸ 'ਚ ਸਿਆਸਤਦਾਨ ਦਾ ਤਾਂ ਸਿਰਫ ਇੱਕ ਬੰਦੇ ਦਾ ਨਾਮ ਦਰਜ ਹੈ, ਸੁੰਦਰ ਸ਼ਾਮ ਅਰੋੜਾ ਦਾ, ਜੋ ਕਿ ਤਤਕਾਲੀ ਉਦਯੋਗ ਮੰਤਰੀ ਸਨ। ਉਸ ਬਾਕੀ ਜੋ ਨਾਮ ਨੇ ਉਹਨਾਂ 'ਚੋਂ ਸਾਰੇ ਤੋਂ ਵੱਧ ਅਫਸਰ ਨੇ ਪੰਜਾਬ ਦੇ, ਬਹੁਤ ਸਾਰੇ ਤਾਂ ਮੌਜੂਦਾ ਅਫਸਰ ਨੇ, 1-2 ਫੌਤ ਹੋ ਚੁੱਕੇ ਨੇ, ਸ਼ਾਇਦ 1-2 ਦੀ ਬਦਲੀ ਹੋ ਚੁੱਕੀ ਹੋਏਗੀ। ਸੋ ਅਫਸਰਸ਼ਾਹੀ ਬਹੁਤ ਵੱਡੇ ਪੱਧਰ ਤੇ ਜ਼ਿੰਮੇਵਾਰ ਹੁੰਦੀ ਪ੍ਰਤੀਤ ਹੋ ਰਹੀ ਹੈ ਇਸ ਸਾਰੇ ਘਪਲੇ ਦੇ ਵਿੱਚ ਕਿ ਅਫਸਰਸ਼ਾਹੀ ਨੇ ਕਿਸ ਤਰ੍ਹਾਂ ਚਿੱਠੀਆਂ ਲੁਕੋਈਆਂ, ਕਿਸ ਤਰ੍ਹਾਂ 12 ਪਲਾਟਾਂ ਦੇ 125 ਕੀਤੇ, ਕਿਸ ਤਰ੍ਹਾਂ ਕੁਝ ਨਿਯਮਾਂ ਦੀ ਅਣਦੇਖੀ ਕਰਕੇ ਕੁਝ ਐਸੇ ਨਿਯਮ ਉੱਪਰੋਂ ਚੱਕ ਲਏ ਕਿ ਲੋ ਜੀ ਆ ਨਿਯਮਾਂ ਮੁਤਾਬਕ ਹੀ ਹੋ ਰਿਹਾ ਹੈ। ਸੋ ਕੁੱਲ ਮਿਲਾ ਕੇ ਮੇਰੇ ਖਿਆਲ 'ਚ ਆਪਾਂ ਇਹ ਵੀ ਉਮੀਦ ਰੱਖਦੇ ਹਾਂ ਕਿ ਜੋ ਮੌਜੂਦਾ ਸਰਕਾਰ ਹੈ, ਖਾਸ ਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ, ਉਹ ਜ਼ਰੂਰ ਉਹਨਾਂ ਤੱਕ ਵੀ ਗੱਲ ਪਹੁੰਚਦੀ ਹੋਏਗੀ ਆ ਉਹ ਵੀ ਖੁਦ ਇਸ ਗੱਲ ਪ੍ਰਤੀ ਜਿਹੜਾ ਹੈ ਜਾਣੂ ਹੋਣਗੇ ਕਿ ਅਫਸਰਸ਼ਾਹੀ ਨੂੰ ਕੱਸੇ ਬਗੈਰ ਜਾਂ ਅਫਸਰਸ਼ਾਹੀ ਨੂੰ ਅਕਾਊਂਟੇਬਲ ਬਣਾਏ ਬਗੈਰ ਗੱਲ ਸਿਰੇ ਨਹੀਂ ਚੜ੍ਹਨੀ। ਕੋਰਟਾਂ ਜਾ ਕੇ ਵਿਜੀਲੈਂਸ ਦੇ ਕੇਸ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ 1997 ਦੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਖਤਮ ਹੁੰਦੇ ਸਾਰ ਹੀ, ਆਪਣੀ ਸਰਕਾਰ 2002 ਦੀ ਆਉਂਦੇ ਸਾਰ ਹੀ ਕੇਸ ਬਣਾਤੇ ਸੀ ਵਿਜੀਲੈਂਸ ਦੇ, ਜੋ ਕਿ ਮੁੜ ਕੇ ਜਾ ਕੇ ਜਦੋਂ ਅਕਾਲੀ ਦਲ ਦੀ ਸਰਕਾਰ ਆਈ ਤਾਂ ਉਹ ਕਿਸ ਤਰ੍ਹਾਂ ਟੁੱਟੇ ਨੇ ਤੇ ਮੁੜ ਕੇ ਅਮਰਿੰਦਰ ਸਿੰਘ ਦੇ ਖਿਲਾਫ ਜਾਂ ਭਰਤਿੰਦਰ ਚਾਹਲ ਦੇ ਖਿਲਾਫ ਕੇਸ ਬਣੇ ਨੇ। ਉਹ ਅੱਗੇ ਮੁੜ ਕੇ ਜਾ ਕੇ ਕਾਂਗਰਸ ਦੀ ਸਰਕਾਰਾਂ ਆਉਣ ਤੇ ਕਿਵੇਂ ਮੁੱਦੇ ਮੂੰਹ ਡਿੱਗੇ ਨੇ। ਸੋ ਇਹ ਕੇਸ ਉਦੋਂ ਹੀ ਸਿਰੇ ਲੱਗਣਗੇ। ਗੱਲ ਹਾਂ, ਇਹ ਵਧਾਈ ਦੀ ਪਾਤਰ ਜ਼ਰੂਰ ਆਪਾਂ ਕਹਿ ਸਕਦੇ, ਜਿਵੇਂ ਸਾਰੇ ਲੋਕਾਂ ਨੇ ਕਿਹਾ ਕਿ ਸਰਕਾਰ ਵਧਾਈ ਦੀ ਪਾਤਰ ਹੈ ਕਿ ਸਰਕਾਰ ਨੇ ਆਉਂਦੇ ਸਾਰੀ ਆਪਣੇ 8-9 ਮਹੀਨਿਆਂ ਦੇ ਅੰਦਰ ਐਡਾ ਵੱਡਾ ਘਪਲਾ ਜਿਹੜਾ ਹੈ ਉਹਨੂੰ ਉਜਾਗਰ ਵੀ ਕੀਤਾ, ਨਾ ਸਿਰਫ ਤੇ ਬਲਕਿ ਉਸ ਦੇ ਉੱਤੇ ਕਾਰਵਾਈ ਵੀ ਸ਼ੁਰੂ ਕੀਤੀ ਹੈ। ਪਰ ਅਦਾਲਤ ਦੇ ਵਿੱਚ ਇਹ ਖੜਨੀ ਤਾਂ ਹੀ ਹੈ ਜੇਕਰ ਉੱਪਰੋਂ ਥੱਲੇ ਤੱਕ ਸਿਸਟਮ ਨੂੰ ਅਕਾਊਂਟੇਬਲ ਬਣਾ ਕੇ ਚੱਲਿਆ ਜਾਏਗਾ। ਬਹੁਤ ਸ਼ੁਕਰੀਆ ਜੀ।